ਸਾਰਿਆਂ ਨੂੰ ਮੇਰੀ ਵੱਲੋਂ ਜੈ ਮਸੀਹ ਦੀ। ਮੈਂ ਇੱਕ ਨਵਾਂ ਵੀਡੀਓ ਲੈ ਕੇ ਅੱਜ ਤੁਹਾਡੇ ਵਿੱਚ ਹਾਜ਼ਰ ਹਾਂ। ਅੱਜ ਦੇ ਦਿਨ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਸੰਸਾਰ ਕਿੱਥੋਂ ਆਇਆ ਹੈ। ਕੀ ਕਿਸੇ ਨੇ ਸੰਸਾਰ ਨੂੰ ਬਣਾਇਆ ਜਾਂ ਇਹ ਆਪਣੇ ਆਪ ਹੀ ਆ ਗਿਆ? ਜੇਕਰ ਕਿਸੇ ਨੇ ਸੰਸਾਰ ਨੂੰ ਬਣਾਇਆ ਤੇ ਕਿਵੇਂ ਬਣਿਆ? ਇਹ ਸੰਸਾਰ ਨੂੰ ਬਣਾਉਣ ਦੇ ਪਿੱਛੇ ਮਕਸਦ ਕੀ ਹੈ? ਕਿੰਨੇ ਇਸ ਸੰਸਾਰ ਨੂੰ ਬਣਾਇਆ? ਅੱਜ ਦੇ ਦਿਨ ਦੇ ਵਿੱਚ ਅਸੀਂ ਤਿੰਨ ਸਵਾਲਾਂ ਦੇ ਉੱਤੇ ਗੌਰ ਕਰਨ ਜਾ ਰਹੇ ਹਾਂ। ਸਾਰਿਆਂ ਤੋਂ ਪਹਿਲੀ ਗੱਲ ਹੈ, ਪਰਮੇਸ਼ਰ ਨੇ ਬ੍ਰਹਿਮੰਡ ਨੂੰ ਕਿਵੇਂ ਬਣਾਇਆ। ਦੂਜੀ ਗੱਲ ਹੈ, ਪਰਮੇਸ਼ਰ ਨੇ ਕਿਹੋ ਜਿਹਾ ਬ੍ਰਹਿਮੰਡ, ਕਿਹੋ ਜਿਹੀ ਸ੍ਰਿਸ਼ਟੀ ਨੂੰ ਬਣਾਇਆ। ਤੇ ਤੀਜੀ ਗੱਲ ਹੈ, ਅੱਜ ਅਸੀਂ ਇਸ ਸ੍ਰਿਸ਼ਟੀ ਦੇ ਬਾਰੇ ਕੀ ਸੋਚਦੇ ਹਾਂ। ਸੋ ਸਾਰਿਆਂ ਤੋਂ ਪਹਿਲੀ ਗੱਲ ਅਸੀਂ ਵੇਖਦੇ ਹਾਂ ਕਿ ਪਰਮੇਸ਼ਵਰ ਹੈ ਜਿਨੇ ਬ੍ਰਹਿਮੰਡ ਨੂੰ ਬਣਾਇਆ। ਸਾਰਿਆਂ ਤੋਂ ਪਹਿਲੀ ਗੱਲ ਜਿਹੜੀ ਸਾਨੂੰ ਸਮਝਣ ਦੀ ਲੋੜ ਹੈ ਉਹ ਇਹ ਆ ਕਿ ਪਰਮੇਸ਼ਵਰ ਨੇ ਕੁਝ ਵੀ ਨਹੀਂ ਸੀਗਾ, ਆਊਟ ਆਫ ਨਥਿੰਗ ਪਰਮੇਸ਼ਰ ਨੇ ਬ੍ਰਹਿਮੰਡ ਨੂੰ ਪਿਆਰਿਓ ਬਣਾਇਆ ਹੈ। ਪਰਮੇਸ਼ਵਰ ਨੇ ਸਭ ਕੁਝ ਨਥਿੰਗ ਚੋਂ ਬਣਾਇਆ। ਕੁਝ ਵੀ ਨਹੀਂ ਸੀ ਜਿਹਦੇ ਚੋਂ ਪਰਮੇਸ਼ਰ ਨੇ ਸਭ ਕੁਝ ਬਣਾ ਦਿੱਤਾ। ਜਦੋਂ ਇਹ ਬ੍ਰਹਿਮੰਡ ਬਣਿਆ, ਆਦ ਵਿੱਚ ਕੇਵਲ ਪਰਮੇਸ਼ਵਰ ਸੀ। ਤੇ ਬਾਈਬਲ ਸਾਨੂੰ ਦੱਸਦੀ ਏ ਉਤਪਤ 1:1 ਦੇ ਵਿੱਚ, ਆਦ ਵਿੱਚ ਪਰਮੇਸ਼ਰ ਨੇ ਸਵਰਗ ਤੇ ਧਰਤੀ ਦੀ ਰਚਨਾ ਕੀਤੀ। ਤੇ ਯਹੂਨਾ 1:3 ਦੇ ਵਿੱਚ ਲਿਖਿਆ, ਬਾਈਬਲ ਦੱਸਦੀ ਏ ਪਰਮੇਸ਼ਵਰ ਨੇ ਉਹਨਾਂ ਸਭਨਾ ਵਸਤਾਂ ਨੂੰ ਸਿਰਜਿਆ ਜਿਹੜੀਆਂ ਸਵਰਗ 'ਚ ਨੇ, ਜਿਹੜੀਆਂ ਧਰਤੀ ਦੇ ਉੱਤੇ ਨੇ, ਜਿਹੜੀਆਂ ਦਿਖਣ ਵਾਲੀਆਂ ਨੇ, ਜਿਹੜੀਆਂ ਅਦਿੱਖ ਨੇ। ਸੋ ਇਸ ਤੋਂ ਪਹਿਲਾਂ ਕਿ ਪਰਮੇਸ਼ਵਰ ਨੇ ਬ੍ਰਹਿਮੰਡ ਨੂੰ ਬਣਾਇਆ, ਇੱਥੇ ਕੁਝ ਵੀ ਨਹੀਂ ਸੀਗਾ। ਪਰਮੇਸ਼ਵਰ ਨੇ ਇਹ ਧਰਤੀ ਨੂੰ, ਧਰਤੀ ਦੇ ਉੱਤੇ ਪਏ ਹੋਰ ਮਟੀਰੀਅਲ ਤੋਂ ਨਹੀਂ ਬਣਾਇਆ। ਪਰਮੇਸ਼ਵਰ ਨੇ ਸਭ ਕੁਝ ਸਕਰੈਚ ਤੋਂ ਬਣਾਇਆ ਸੀਗਾ। ਕੁਝ ਵੀ ਨਹੀਂ ਸੀ ਜਿੱਤੋਂ ਪਰਮੇਸ਼ਰ ਨੇ ਸਭ ਕੁਝ ਬਣਾ ਦਿੱਤਾ। ਇਹ ਇੱਕ ਬਹੁਤ ਹੀ ਔਖਾ ਵਿਚਾਰ ਹੈ ਜਿਹਨੂੰ ਸਾਡੇ ਲਈ ਸਮਝਣਾ ਬੜਾ ਔਖਾ ਹੈ, ਪਰ ਇਹ ਸਭ ਅਲੌਕਿਕ ਤਰੀਕੇ ਦੇ ਨਾਲ ਹੋਇਆ ਹੈ। ਸਿਰਫ ਪਰਮੇਸ਼ਵਰ ਹੀ ਇਹਨੂੰ ਕਰ ਸਕਦਾ ਹੈ। ਮਨੁੱਖ ਜਿਹੜੇ ਨੇ ਉਹ ਕੁਝ ਵੀ ਨਾ ਹੋਵੇ ਉਹਦੇ ਚੋਂ ਕੁਝ ਬਣਾਉਣ ਦੀ ਤਾਕਤ ਨਹੀਂ ਰੱਖਦੇ ਨੇ। ਅਸਲ ਦੇ ਵਿੱਚ ਜਿਹੜਾ ਸਾਇੰਸ ਦਾ ਪਹਿਲਾ ਲਾਅ ਹੈ ਉਹ ਇਹ ਗੱਲ ਕਹਿੰਦਾ ਹੈ ਕਿ ਮੈਟਰ ਕੈਨੋਟ ਬੀ ਕ੍ਰੀਏਟਡ ਔਰ ਡਿਸਟਰੋਇਡ, ਕਿ ਜਿਹੜਾ ਮੈਟਰ ਹੈ ਨਾ ਤੇ ਇਹ ਸਿਰਜਿਆ ਜਾ ਸਕਦਾ ਤੇ ਨਾ ਹੀ ਇਹਦਾ ਨਾਸ਼ ਕੀਤਾ ਜਾ ਸਕਦਾ। ਫਿਜ਼ਿਕਸ ਸਾਨੂੰ ਇਹ ਗੱਲ ਦੱਸਦੀ ਹੈ ਕਿ ਮੈਟਰ, ਇਸ ਮੈਟਰ ਦਾ ਮਤਲਬ ਹੈ ਉਹ ਸਾਰੀ ਸਮੱਗਰੀ ਜਿਹਦੇ ਤੋਂ ਇਹ ਬ੍ਰਹਿਮੰਡ ਬਣਾਇਆ, ਇਹ ਬਦਲ ਸਕਦੀ ਹੈ ਪਰ ਇਹ ਕ੍ਰੀਏਟ ਨਹੀਂ ਹੋ ਸਕਦੀ ਤੇ ਨਾ ਹੀ ਇਹ ਪੂਰੀ ਤਰ੍ਹਾਂ ਡਿਸਟਰੋਏ ਹੋ ਸਕਦੀ ਹੈ। ਸੋ ਜਿਹੜਾ ਪਹਿਲਾ ਪੁਆਇੰਟ ਹੈ, ਇਹ ਗੱਲ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਪਰਮੇਸ਼ਰ ਨੇ ਸਭ ਕੁਝ, ਕੁਝ ਵੀ ਨਹੀਂ ਸੀ, ਉਹਦੇ 'ਚ ਬਣਾ ਦਿੱਤਾ। ਇਹਦੇ ਤੋਂ ਬਾਅਦ ਦੇ ਵਿੱਚ ਅਸੀਂ ਅਗਲੇ ਪੁਆਇੰਟ ਦੇ ਵੱਲ ਜਾਂਦੇ ਹਾਂ ਕਿ ਪਰਮੇਸ਼ਰ ਨੇ ਬ੍ਰਹਿਮੰਡ ਕਿਵੇਂ ਬਣਾਇਆ। ਉਹਨੇ ਬ੍ਰਹਿਮੰਡ ਨੂੰ ਆਪਣੀ ਆਵਾਜ਼ ਦੇ ਨਾਲ ਬਣਾਇਆ। ਉਤਪਤ 1 ਅਧਿਆਇ ਸਾਨੂੰ ਦੱਸਦਾ ਹੈ ਕਿ ਪਰਮੇਸ਼ਵਰ ਸ੍ਰਿਸ਼ਟੀ ਦੇ ਵਿੱਚ ਬੋਲਿਆ ਤੇ ਉਹਦੇ ਬੋਲਣ ਦੇ ਦੁਆਰਾ ਜ਼ਮੀਨ ਬਣ ਗਈ, ਉਹਦੇ ਬੋਲਣ ਦੇ ਨਾਲ ਪਾਣੀ ਆ ਗਿਆ, ਉਹਦੇ ਬੋਲਣ ਦੇ ਨਾਲ ਦਰਖਤ ਬਣ ਗਏ ਤੇ ਉਹਦੇ ਬੋਲਣ ਦੇ ਨਾਲ ਜਾਨਵਰ ਬਣ ਗਏ। ਅਸੀਂ ਵੇਖਦੇ ਹਾਂ ਕਿ ਸ੍ਰਿਸ਼ਟੀ ਮਨੁੱਖ ਨੂੰ ਛੱਡ ਕੇ ਪਰਮੇਸ਼ਵਰ ਦੇ ਆਵਾਜ਼ ਦੀ ਤਾਕਤ ਦੇ ਦੁਆਰਾ ਬਣੀ ਹੈ। ਤੇ ਪਰਮੇਸ਼ਰ ਨੇ ਮਨੁੱਖ ਨੂੰ ਕਿਵੇਂ ਬਣਾਇਆ? ਮਨੁੱਖ ਅਤੇ ਔਰਤ, ਆਦਮੀ ਤੇ ਔਰਤ, ਇਹ ਪਰਮੇਸ਼ਵਰ ਨੇ ਆਪਣੇ ਹੱਥਾਂ ਦੇ ਨਾਲ ਬਣਾਏ ਤੇ ਪਰਮੇਸ਼ਰ ਨੇ ਉਹਨਾਂ ਦੇ ਅੰਦਰ ਆਪਣਾ ਸਾਹ ਫੂਕਿਆ। ਉਤਪਤ 2 ਅਧਿਆਇ ਉਹਦਾ 7 ਵਚਨ ਤੇ 22 ਵਚਨ। ਤੇ ਇੱਥੇ ਅਸੀਂ ਵੇਖਦੇ ਹਾਂ ਕਿ ਸ੍ਰਿਸ਼ਟੀ ਦੇ ਵਿੱਚ ਸਭ ਤੋਂ ਵਿਸ਼ੇਸ਼ ਜਗ੍ਹਾ ਜੇ ਕਿਸੇ ਦੇ ਕੋਲ ਹੈਗੀ ਏ, ਉਹ ਮਨੁੱਖ ਦੇ ਕੋਲ ਹੈ। ਤੇ ਇੱਕ ਹੋਰ ਗੱਲ ਏ ਕਿ ਪਰਮੇਸ਼ਰ ਨੇ ਮਨੁੱਖ ਨੂੰ ਆਪਣੇ ਸਰੂਪ ਤੇ ਬਣਾਇਆ ਹੈ। ਉਤਪਤ 1:27। ਸੋ ਪਰਮੇਸ਼ਰ ਦੇ ਸਰੂਪ ਤੇ ਬਣਨ ਦਾ ਮਤਲਬ ਹੈ ਪਰਮੇਸ਼ਰ ਵਰਗੇ ਹੋਣਾ, ਪਰਮੇਸ਼ਵਰ ਦਾ ਪ੍ਰਤੀਨਿਧਤਵ ਕਰਨਾ, ਪਰਮੇਸ਼ਰ ਨੂੰ ਰੀਪ੍ਰੈਜ਼ੈਂਟ ਕਰਨਾ। ਜਿਵੇਂ ਪਰਮੇਸ਼ਵਰ ਦਾ ਜਿਹੜਾ ਸਰੂਪ ਹੈ ਮਨੁੱਖ, ਇਸ ਕਰਕੇ ਉਹ ਸ੍ਰਿਸ਼ਟੀ 'ਚ ਸਭ ਤੋਂ ਸ਼੍ਰੋਮਣੀ ਹੈ ਤੇ ਉਹ ਪਰਮੇਸ਼ਵਰ ਨੂੰ ਛੱਡ ਕੇ ਬਾਕੀ ਸਾਰੀ ਸ੍ਰਿਸ਼ਟੀ ਦੇ ਉੱਤੇ ਸਭ ਤੋਂ ਵੱਡਾ ਹੈ ਤੇ ਉਹੀ ਇਕੱਲਾ ਹੈ ਜਿਹੜਾ ਇਹ ਧਰਤੀ ਦੇ ਉੱਤੇ ਰਾਜ ਕਰ ਸਕਦਾ ਹੈ। ਸੋ ਇਸ ਕਰਕੇ ਦੂਜਾ ਪੁਆਇੰਟ ਸਾਡੇ ਲਈ ਸਮਝਣਾ ਜ਼ਰੂਰੀ ਹੈ ਕਿ ਪਰਮੇਸ਼ਰ ਨੇ ਆਦਮੀ ਅਤੇ ਔਰਤ ਨੂੰ ਆਪਣੇ ਹੱਥਾਂ ਨਾਲ ਬਣਾਇਆ ਤੇ ਬਾਕੀ ਸਭ ਕੁਝ ਉਹਨੇ ਆਪਣੀ ਆਵਾਜ਼ ਦੇ ਨਾਲ ਬਣਾਇਆ ਸੀਗਾ। ਦੁੱਖ ਦੀ ਗੱਲ ਇਹ ਆ ਕਿ ਬਹੁਤ ਸਾਰੀਆਂ ਥਿਊਰੀਆਂ ਨੇ
ਜਿਹੜੀਆਂ ਬਾਈਬਲ ਦੀ ਸ੍ਰਿਸ਼ਟੀ ਨੂੰ ਬਣਾਉਣ ਦੇ ਜਿਹੜਾ ਵਿਊ ਹੈ, ਵਿਚਾਰਧਾਰਾ ਹੈ, ਉਹਦੇ ਵਿਰੋਧ ਦੇ ਵਿੱਚ ਨੇ। ਤੇ ਉਹਨਾਂ ਦੇ ਵਿੱਚੋਂ ਇੱਕ ਥਿਊਰੀ ਹੈ, ਥਿਊਰੀ ਆਫ ਐਵੋਲਿਊਸ਼ਨ। ਇਹ ਦੱਸਦੀ ਹੈ ਕਿ ਜਿੰਨੀ ਵੀ ਧਰਤੀ ਦੇ ਉੱਤੇ ਜੀਵ ਜੰਤੂ ਨੇ, ਉਹ ਕੀ ਹੋਇਆ ਕਿ ਉਹ ਇੱਕ ਰੈਂਡਮ ਮਿਊਟੇਸ਼ਨ ਹੋਈ ਸੀਗੀ ਲੰਬੇ ਸਮੇਂ ਤੱਕ। ਲੰਬੇ ਸਮੇਂ ਦੀ ਇੱਕ ਮਤਲਬ ਕਹਿੰਦੇ ਚੀਜ਼ਾਂ ਘੁੰਮਦੀਆਂ ਰਹੀਆਂ ਤੇ ਆਪੇ ਹੀ ਸਭ ਕੁਝ ਬਣ ਗਿਆ। ਇਹ ਥਿਊਰੀ ਜਿਹੜੀ ਹੈ, ਇਹਦੇ ਵਿੱਚ ਬਹੁਤ ਸਾਰੇ ਵਿਗਿਆਨਿਕ ਫਲॉज ਨੇ, ਇਹਦੇ ਵਿੱਚ ਬਹੁਤ ਸਾਰੇ ਵਿਗਿਆਨਿਕ ਗਲਤੀਆਂ ਨੇ। ਸਾਰਿਆਂ ਤੋਂ ਵੱਡਾ ਫਲॉ ਇਹ ਆ ਕਿ ਉਹ ਜੈਨੇਟਿਕਸ ਦੇ ਨਾਲ ਹੈ, DNA ਦੇ ਨਾਲ ਉਹ ਜਿਹੜਾ ਹੈ, ਉਹ ਜਿਹੜੀ ਗਲਤੀ ਹੈ ਉਹ ਜੋ ਮੇਲ ਖਾਂਦੀ ਹੈ। ਸੋ ਮੇਰੇ ਕੋਲ ਹੁਣ ਇੱਥੇ ਸਮਾਂ ਨਹੀਂ ਹੈਗਾ ਇਸ ਵੀਡੀਓ ਦੇ ਵਿੱਚ ਕਿ ਮੈਂ ਇਹਦੀਆਂ ਡਿਟੇਲਸ ਦੇ ਵਿੱਚ ਜਾਵਾਂ, ਪਰ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਇਹ ਥਿਊਰੀ ਬਿਲਕੁਲ ਗਲਤ ਹੈ ਤੇ ਸ੍ਰਿਸ਼ਟੀ, ਇਹਨਾਂ ਦੀ ਜਿਹੜੀ ਥਿਊਰੀ ਹੈ ਇਹਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਨੇ। ਇਹ ਬਾਈਬਲ ਦੀ ਇਸ ਵਾਲੀ ਥਿਊਰੀ ਨੂੰ ਵੀ ਰਿਜੈਕਟ ਕਰਦੀ ਹੈ, ਥਿਊਰੀ ਆਫ ਐਵੋਲਿਊਸ਼ਨ, ਕਿ ਜਿਹੜੀ ਸ੍ਰਿਸ਼ਟੀ ਸੀਗੀ ਇਹ ਪਰਮੇਸ਼ਰ ਨੇ ਆਪਣੇ ਦਿਮਾਗ ਦੇ ਨਾਲ, ਆਪਣੀ ਚਤੁਰਾਈ ਦੇ ਨਾਲ, ਆਪਣੀ ਬੁੱਧ ਦੇ ਨਾਲ ਬਣਾਈ। ਸੋ ਜੇ ਤੁਸੀਂ ਸਾਇੰਸ ਨੂੰ ਚੰਗੀ ਤਰ੍ਹਾਂ ਸਮਝਦੇ ਹੋ ਤੇ ਫਿਰ ਜੇਕਰ ਤੁਹਾਡੇ ਕੋਲ ਬਾਈਬਲ ਦੀ ਚੰਗੀ ਸਮਝ ਨਹੀਂ ਆ, ਜੇਕਰ ਤੁਸੀਂ ਸਾਇੰਸ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਹੋ ਤੇ ਬਾਈਬਲ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਹੋ, ਫਿਰ ਤੁਸੀਂ ਕਦੇ ਵੀ ਥਿਊਰੀ ਆਫ ਐਵੋਲਿਊਸ਼ਨ ਦੇ ਉੱਤੇ ਵਿਸ਼ਵਾਸ ਨਹੀਂ ਕਰ ਸਕਦੇ ਹੋ, ਕਿਉਂਕਿ ਸਾਇੰਸ ਤੇ ਬਾਈਬਲ ਇੱਕ ਦੂਏ ਦੇ ਵਿਰੋਧ 'ਚ ਨਹੀਂ ਜਾਂਦੇ, ਪਰ ਉਹਦੇ ਵਾਸਤੇ ਤੁਹਾਡੀ ਵਿਗਿਆਨਿਕ ਸੋਚ ਤੇ ਤੁਹਾਡੀ ਬਾਈਬਲ ਦੀ ਸੋਚ ਆਪਸ 'ਚ ਮੇਲ ਖਾਣ ਵਾਲੀ ਹੋਣੀ ਚਾਹੀਦੀ ਹੈ। ਸੋ ਬਾਈਬਲ ਬਹੁਤ ਹੀ ਸਪਸ਼ਟ ਹੈ ਪਿਆਰਿਓ ਕਿ ਪਰਮੇਸ਼ਰ ਨੇ ਧਰਤੀ ਤੇ ਸਵਰਗ ਨੂੰ ਕਿਸੇ ਵੀ ਕੁਝ ਵੀ ਨਹੀਂ ਸੀਗਾ, ਉੱਥੋਂ ਪਰਮੇਸ਼ਰ ਨੇ ਬ੍ਰਹਿਮੰਡ ਦੀ ਰਚਨਾ ਕੀਤੀ। ਪਰਮੇਸ਼ਰ ਨੇ ਮਨੁੱਖ ਨੂੰ ਧਰਤੀ ਦੀ ਡਸਟ ਤੋਂ ਬਣਾਇਆ, ਮਿੱਟੀ ਤੋਂ ਬਣਾਇਆ ਉਹਨੇ। ਤੀਜੀ ਗੱਲ, ਇਸ ਤੋਂ ਪਹਿਲਾਂ ਕਿ ਸ੍ਰਿਸ਼ਟੀ ਬਣੀ ਕੁੱਖ ਵੀ ਨਹੀਂ ਸੀ ਹੈਗਾ ਪਰਮੇਸ਼ਰ ਨੂੰ ਛੱਡ ਕੇ। ਚੌਥੀ ਗੱਲ, ਪਰਮੇਸ਼ਰ ਸਨਾਤਨ ਹੈ। ਪੰਜਵੀਂ ਗੱਲ, ਪਰਮੇਸ਼ਰ ਨੇ ਬ੍ਰਹਿਮੰਡ ਨੂੰ ਬਣਾਇਆ ਤੇ ਸਿਰਫ ਉਹੀ ਬ੍ਰਹਿਮੰਡ ਦੇ ਉੱਤੇ ਰਾਜ ਕਰ ਸਕਦਾ ਹੈ। ਛੇਵੀਂ ਗੱਲ, ਪਰਮੇਸ਼ਵਰ ਹੀ ਇਕੱਲਾ ਹੈ ਜਿਹੜਾ ਸਾਡੀ ਆਰਾਧਨਾ ਦੇ ਯੋਗ ਹੈ। ਤੇ ਸੱਤਵੀਂ ਗੱਲ, ਅਸੀਂ ਜਿਹੜੇ ਮਨੁੱਖ ਹਾਂ, ਅਸੀਂ ਪਰਮੇਸ਼ਵਰ ਦੀ ਖਾਸ, ਅਸੀਂ ਉਹਦੇ ਪ੍ਰੋਡਕਟ ਹਾਂ ਤੇ ਇਸ ਵਜ੍ਹਾ ਦੇ ਨਾਲ ਸਾਨੂੰ ਹਲੀਮ ਹੋਣਾ ਚਾਹੀਦਾ ਹੈ। ਤੇ ਅੱਠਵੀਂ ਗੱਲ, ਪਰਮੇਸ਼ਵਰ ਦਾ ਇੱਕ ਮਕਸਦ ਹੈ ਜਿਹਦੀ ਵਜ੍ਹਾ ਦੇ ਨਾਲ ਉਹਨੇ ਇਹ ਬ੍ਰਹਿਮੰਡ ਨੂੰ ਬਣਾਇਆ। ਆਓ ਹੁਣ ਅਸੀਂ ਵੇਖਦੇ ਹਾਂ ਕਿ ਪਰਮੇਸ਼ਰ ਆਪਣੀ ਸ੍ਰਿਸ਼ਟੀ ਤੋਂ ਅਲੱਗ ਹੈ, ਉਹ ਸ੍ਰਿਸ਼ਟੀ ਦਾ ਹਿੱਸਾ ਨਹੀਂ ਹੈਗਾ ਹੈ। ਇਹ ਗੱਲ ਬਹੁਤ ਹੀ ਮਹੱਤਵਪੂਰਨ ਹੈ ਕਿ ਪਰਮੇਸ਼ਰ ਸ੍ਰਿਸ਼ਟੀ ਦਾ ਹਿੱਸਾ ਨਹੀਂ ਹੈ, ਪਰਮੇਸ਼ਰ ਸ੍ਰਿਸ਼ਟੀ ਤੋਂ ਅਲੱਗ ਹੈ। ਜਿਵੇਂ ਉਹ ਬਹੁਤ ਤਰੀਕਿਆਂ ਦੇ ਨਾਲ ਅਲੱਗ ਹੈ, ਕਿਉਂਕਿ ਉਹ ਸਾਰੀ ਸ੍ਰਿਸ਼ਟੀ ਦੇ ਉੱਤੇ ਰਾਜ ਕਰਦਾ ਹੈ। ਉਹ ਸ੍ਰਿਸ਼ਟੀ ਤੋਂ ਵੱਡਾ ਹੈ ਤੇ ਉਹ ਸ੍ਰਿਸ਼ਟੀ ਦੇ ਉੱਤੇ ਨਿਰਭਰ ਨਹੀਂ ਕਰਦਾ ਹੈ, ਉਹ ਸ੍ਰਿਸ਼ਟੀ ਤੋਂ ਆਜ਼ਾਦ ਹੈ ਤੇ ਉਹਨੂੰ ਉਹਦੀਆਂ ਸਿਰਜੀਆਂ ਹੋਈਆਂ ਚੀਜ਼ਾਂ ਦੀ ਕੋਈ ਜ਼ਰੂਰਤ ਨਹੀਂ ਹੈ। ਪਰ ਪਰਮੇਸ਼ਵਰ ਜਿਹੜਾ ਫਿਰ ਵੀ ਸ੍ਰਿਸ਼ਟੀ ਦੇ ਵਿੱਚ ਬਹੁਤ ਸ਼ਾਮਲ ਹੈ। ਪਰਮੇਸ਼ਰ ਨੇ ਸਾਨੂੰ ਆਪਣੇ ਸਰੂਪ ਤੇ ਬਣਾਇਆ, ਉਹਨੇ ਆਪਣਾ ਸਾਹ ਫੂਕ ਕੇ ਸਾਡੇ ਅੰਦਰ ਜ਼ਿੰਦਗੀ ਨੂੰ ਪਾਇਆ। ਤੇ ਬਾਈਬਲ ਸਾਨੂੰ ਦੱਸਦੀ ਏ ਕਿ ਹਰ ਇੱਕ ਇਨਸਾਨ ਦਾ ਜੀਵਨ ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਹੈ ਤੇ ਪਰਮੇਸ਼ਵਰ ਹਰ ਇੱਕ ਦੇ ਅੰਦਰ ਸਾਹ ਪਾਉਂਦਾ ਹੈ। ਅਯੂਬ ਦੀ ਕਿਤਾਬ 12:10, ਪਰਮੇਸ਼ਵਰ ਹੀ ਹੈ ਜਿਨੇ ਹਰ ਇੱਕ ਦੇ ਅੰਦਰ ਸਾਹ ਪਾਇਆ ਹੈ। ਤੇ ਪਲੂਸ ਕਹਿੰਦਾ ਹੈ ਕਿ ਅਸੀਂ ਪਰਮੇਸ਼ਵਰ ਦੇ ਹਾਂ, ਰਸੂਲਾਂ ਦੇ ਕਰਤੱਵ ਦੇ 17:29 ਦੇ ਵਿੱਚ। ਸੋ ਪਰਮੇਸ਼ਵਰ ਜਿਹੜਾ ਹੈ ਉਹ ਸ੍ਰਿਸ਼ਟੀ 'ਚ ਸ਼ਾਮਲ ਵੀ ਹੈ, ਪਰ ਸ੍ਰਿਸ਼ਟੀ ਤੋਂ ਅਲੱਗ ਵੀ ਹੈ। ਉਹ ਸ੍ਰਿਸ਼ਟੀ ਦੇ ਉੱਤੇ ਨਿਰਭਰ ਨਹੀਂ ਕਰਦਾ, ਬਲਕਿ ਸ੍ਰਿਸ਼ਟੀ ਪਰਮੇਸ਼ਵਰ ਤੇ ਨਿਰਭਰ ਕਰਦੀ ਹੈ। ਉਹਨੇ ਸੰਸਾਰ ਨੂੰ ਇਸ ਲਈ ਨਹੀਂ ਬਣਾਇਆ ਕਿ ਉਹ ਸੰਸਾਰ ਤੋਂ ਦੂਰ ਚਲਿਆ ਜਾਵੇ, ਨਹੀਂ, ਸਗੋਂ ਉਹ ਆਪਣੀ ਸ੍ਰਿਸ਼ਟੀ ਦੇ ਨੇੜੇ ਰਹਿੰਦਾ ਹੈ ਤੇ ਖਾਸ ਤੌਰ ਦੇ ਉੱਤੇ ਉਹ ਸਾਡੀਆਂ ਜ਼ਿੰਦਗੀਆਂ ਦੇ ਨੇੜੇ ਰਹਿੰਦਾ ਹੈ। ਪਰਮੇਸ਼ਵਰ ਸਾਡੀਆਂ ਜ਼ਿੰਦਗੀਆਂ ਦੇ ਭਲੇ ਸਮੇਂ 'ਚ, ਬੁਰੇ ਸਮੇਂ 'ਚ ਸਾਡੇ ਨਾਲ ਰਹਿੰਦਾ ਹੈ। ਤੇ ਬੜੇ ਧਿਆਨ ਦੇ ਨਾਲ ਸੁਣੋ, ਜ਼ਬੂਰ 46:1 ਦੇ ਵਿੱਚ ਲਿਖਿਆ, ਬਾਈਬਲ ਦੱਸਦੀ ਹੈ ਪਰਮੇਸ਼ਵਰ ਸਾਡਾ ਸ਼ਰਨ ਅਸਥਾਨ ਹੈ, ਪਰਮੇਸ਼ਵਰ ਦੁੱਖਾਂ ਦੇ ਵੇਲੇ ਸਾਡੀ ਮਦਦ ਹੈ। ਸਾਨੂੰ ਕਿਸੇ ਗੱਲ ਤੋਂ ਡਰਨ ਦੀ ਲੋੜ ਨਹੀਂ। ਕਿਉਂ? ਕਿਉਂਕਿ ਪਰਮੇਸ਼ਵਰ ਸਾਡੀ ਪਨਾਹ ਹੈ, ਪਰਮੇਸ਼ਵਰ ਸਾਡੀ ਸ਼ਕਤੀ ਹੈ, ਪਰਮੇਸ਼ਵਰ ਸਾਡੇ ਨਾਲ ਹੈ। ਜਦੋਂ ਵੀ ਤੁਸੀਂ ਆਪਣੀ ਜ਼ਿੰਦਗੀ 'ਚ ਕਿਸੇ ਮੁਸ਼ਕਲ ਦਾ ਸਾਹਮਣਾ ਕਰੋ,
ਤਾਂ ਯਾਦ ਰੱਖੋ ਤੁਹਾਡਾ ਇੱਕ ਪਿਤਾ ਹੈ ਜਿਨੇ ਤੁਹਾਨੂੰ ਬਣਾਇਆ ਹੈ ਤੇ ਉਹ ਤੁਹਾਡਾ ਮਦਦਗਾਰ ਹੈ, ਕਿਉਂਕਿ ਪਰਮੇਸ਼ਰ ਇਸ ਸ੍ਰਿਸ਼ਟੀ ਤੋਂ ਵੱਡਾ ਹੈ, ਪਰਮੇਸ਼ਰ ਇਸ ਸ੍ਰਿਸ਼ਟੀ 'ਚ ਸ਼ਾਮਲ ਹੈ ਤੇ ਅਸੀਂ ਜਿਹੜੇ ਮਸੀਹ ਲੋਕ ਹਾਂ ਸਾਨੂੰ ਕਿਸੇ ਗੱਲ ਤੋਂ ਡਰਨ ਦੀ ਲੋੜ ਨਹੀਂ ਹੈਗੀ ਹੈ। ਇਸ ਕਰਕੇ ਜਿਹੜੀ ਸ੍ਰਿਸ਼ਟੀ ਹੈ ਉਸ ਦੀ ਆਰਾਧਨਾ ਦੇ ਯੋਗ ਕੇਵਲ ਪਰਮੇਸ਼ਵਰ ਹੀ ਹੈ। ਤੇ ਅਗਲੀ ਗੱਲ ਅਸੀਂ ਵੇਖਦੇ ਹਾਂ ਕਿ ਅਸੀਂ ਜਿਹੜੇ ਬਣਾਏ ਗਏ ਹਾਂ, ਅਸੀਂ ਜਿਹੜੇ ਰਚੇ ਗਏ ਹਾਂ, ਇਸ ਕਰਕੇ ਰਚੇ ਗਏ ਹਾਂ ਕਿ ਅਸੀਂ ਪਰਮੇਸ਼ਵਰ ਦੀ ਮਹਿਮਾ ਕਰੀਏ। ਜਿਹੜਾ ਸਵਰਗ ਹੈ ਉਹ ਪਰਮੇਸ਼ਵਰ ਦੇ ਮਹਿਮਾ ਕਰਦਾ ਹੈ, ਜਿਹੜੇ ਆਕਾਸ਼ ਨੇ ਉਹ ਪਰਮੇਸ਼ਵਰ ਦੀ ਹਸਤਕਲਾ ਨੂੰ ਦਿਖਾਉਂਦੇ ਨੇ। ਜ਼ਬੂਰ 19 ਦੀ 1 ਤੇ ਯਸ਼ਾਇਆ 43 ਦੀ 7 ਚ ਲਿਖਿਆ ਪਰਮੇਸ਼ਰ ਨੇ ਸਾਨੂੰ ਆਪਣੀ ਮਹਿਮਾ ਲਈ ਸਿਰਜਿਆ ਤੇ ਹਰ ਇੱਕ ਸਾਡਾ ਇੱਕ ਹੀ ਮਕਸਦ ਹੈ ਪਿਆਰਿਓ ਜ਼ਿੰਦਗੀ 'ਚ, ਸ੍ਰਿਸ਼ਟੀ ਦਾ ਇੱਕ ਹੀ ਮਕਸਦ ਹੈ ਤੇ ਉਹ ਮਕਸਦ ਭਲਾ ਕੀ ਹੈ ਕਿ ਅਸੀਂ ਪਰਮੇਸ਼ਵਰ ਦੀ ਮਹਿਮਾ ਕਰਨੀ ਹੈ। ਅਸਲ ਦੇ ਵਿੱਚ ਪਰਮੇਸ਼ਵਰ ਸਾਡੀ ਵਡਿਆਈ ਦੇ ਯੋਗ ਹੈ। ਸੋ ਅੱਜ ਦੇ ਦਿਨ ਦੇ ਵਿੱਚ ਤੁਹਾਨੂੰ ਪਤਾ ਹੈ ਜਿਰਮੀਆ 10 ਦੀ 12 ਚ ਲਿਖਿਆ ਪਰਮੇਸ਼ਵਰ ਨੇ ਆਪਣੀ ਸ਼ਕਤੀ ਨਾਲ, ਆਪਣੀ ਬੁੱਧ ਦੇ ਨਾਲ ਇਹ ਧਰਤੀ ਨੂੰ ਬਣਾਇਆ। ਸੋ ਜੇਕਰ ਅਸੀਂ ਅੱਜ ਇਸ ਸੰਸਾਰ ਦੀ ਗੁੰਝਲਤਾ ਨੂੰ ਵੇਖੀਏ, ਜੇਕਰ ਅਸੀਂ ਇਸ ਸੰਸਾਰ ਦੀ ਡਾਇਵਰਸਿਟੀ ਨੂੰ ਵੇਖੀਏ, ਵਿਲੱਖਣਤਾ ਨੂੰ ਵੇਖੀਏ, ਸੰਸਾਰ ਦੀ ਸੁੰਦਰਤਾ ਨੂੰ ਵੇਖੀਏ ਤੇ ਇਹਨੂੰ ਸਭ ਵੇਖ ਕੇ ਅਸੀਂ ਇੱਕ ਹੀ ਗੱਲ ਕਹਿੰਦੇ ਹਾਂ ਕਿ ਪ੍ਰਭੂ ਤੂੰ ਕਿੱਡਾ ਮਹਾਨ ਹੈ ਕਿ ਤੂੰ ਇਹ ਸਭ ਕੁਝ ਬਣਾਇਆ ਹੈ। ਪਰਮੇਸ਼ਵਰ ਨੂੰ ਆਪਣੀ ਸ੍ਰਿਸ਼ਟੀ ਤੋਂ ਕੋਈ ਮਹਿਮਾ ਲੈਣ ਦੀ ਜ਼ਰੂਰਤ ਨਹੀਂ ਹੈ, ਬਲਕਿ ਬਾਈਬਲ ਕਲੀਅਰ ਹੈ ਪਰਮੇਸ਼ਰ ਨੇ ਸਭ ਕੁਝ ਰਚਿਆ ਤੇ ਉਹਦੀ ਮਰਜ਼ੀ ਦੇ ਕਾਰਨ ਅਸੀਂ ਸਾਰੇ ਜਿਉਂਦੇ ਹਾਂ। ਇਹ ਸ੍ਰਿਸ਼ਟ ਜਿਹੜੀ ਏ ਇੱਥੇ ਟਿਕੀ ਹੋਈ ਏ ਕਿਉਂਕਿ ਪਰਮੇਸ਼ਵਰ ਦੀ ਮਰਜ਼ੀ ਹੈ। ਪ੍ਰਕਾਸ਼ ਦੀ ਪੋਥੀ 4 ਦੀ 11 ਤੇ ਜਿਹੜੀ ਸ੍ਰਿਸ਼ਟੀ ਏ ਇਹ ਪਰਮੇਸ਼ਵਰ ਦੀ ਮਰਜ਼ੀ ਤੋਂ ਆਈ ਏ। ਪਰਮੇਸ਼ਵਰ ਨੇ ਸ੍ਰਿਸ਼ਟੀ ਨੂੰ ਬਣਾਇਆ ਕਿ ਉਹ ਆਪਣੀ ਮਹਾਨਤਾ ਨੂੰ ਦਿਖਾਵੇ, ਉਹ ਆਪਣੀ ਵਡਿਆਈ ਕਰਾਵੇ ਤਾਂ ਕਿ ਅਸੀਂ ਸਭ ਪਰਮੇਸ਼ਵਰ ਦੇ ਕੰਮਾਂ 'ਚ ਖੁਸ਼ ਹੋ ਸਕੀਏ। ਅਖੀਰ ਦੇ ਵਿੱਚ ਅਸੀਂ ਵੇਖਦੇ ਹਾਂ ਪਰਮੇਸ਼ਵਰ ਦੀ ਸ੍ਰਿਸ਼ਟ ਭਲੀ ਹੈ। ਪਰਮੇਸ਼ਵਰ ਆਪਣੀ ਸ੍ਰਿਸ਼ਟੀ ਦੇ ਵਿੱਚ ਖੁਸ਼ੀ ਲੈਂਦਾ ਕਿਉਂਕਿ ਸ੍ਰਿਸ਼ਟੀ ਤੋਂ ਪਰਮੇਸ਼ਵਰ ਨੂੰ ਮਹਿਮਾ ਮਿਲਦੀ ਹੈ। ਪਰਮੇਸ਼ਵਰ ਇਹਦੇ 'ਚ ਖੁਸ਼ ਹੁੰਦਾ ਕਿਉਂਕਿ ਉਤਪਤ 1 ਦੀ 31 ਦੇ ਵਿੱਚ ਪਿਆਰਿਓ ਲਿਖਿਆ ਕਿ ਜਦੋਂ ਪਰਮੇਸ਼ਵਰ ਨੇ ਬ੍ਰਹਿਮੰਡ ਦੀ ਸ੍ਰਿਸ਼ਟੀ ਦਾ ਕੰਮ ਕੰਪਲੀਟ ਕਰ ਲਿਆ, ਉਹਨੇ ਜੋ ਕੁਝ ਉਹਨੇ ਬਣਾਇਆ ਸੀ ਉਹਨੂੰ ਵੇਖਿਆ ਤੇ ਉਹਨੇ ਕਿਹਾ ਇਹ ਬਹੁਤ ਹੀ ਵਧੀਆ ਹੈ। ਸੋ ਭਾਵੇਂ ਕਿ ਸ੍ਰਿਸ਼ਟੀ ਜਿਹੜੀ ਸੀ ਹਾਲੇ ਫੰਕਸ਼ਨ ਵੀ ਨਹੀਂ ਸੀ ਕਰਨ ਲੱਗੀ, ਹਾਲੇ ਕੰਮ ਵੀ ਨਹੀਂ ਸੀ ਕਰਨ ਲੱਗੀ, ਪਰ ਪਰਮੇਸ਼ਵਰ ਨੇ ਜਦੋਂ ਵੇਖਿਆ ਉਹ ਕਹਿੰਦਾ ਇਹ ਬਹੁਤ ਵਧੀਆ ਹੈ। ਸੋ ਜੋ ਕੁਝ ਵੀ ਪਰਮੇਸ਼ਰ ਨੇ ਬਣਾਇਆ ਉਹ ਵਧੀਆ ਹੈ। ਇਹਦੇ ਵਿੱਚੋਂ ਅਸੀਂ ਕਿਸੇ ਵੀ ਚੀਜ਼ ਨੂੰ ਤੁੱਛ ਨਹੀਂ ਜਾਣ ਸਕਦੇ। ਪਲੂਸ ਕਹਿੰਦਾ ਸੀ ਹਰ ਇੱਕ ਗੱਲ ਨੂੰ ਧੰਨਵਾਦ ਦੇ ਨਾਲ ਲੈਂਦੇ ਹਾਂ, ਪਹਿਲਾ ਤੀਮੋਥੇਉਸ 4 ਦੀ 4। ਇਸ ਕਰਕੇ ਸਾਨੂੰ ਪਰਮੇਸ਼ਵਰ ਦੀ ਸ੍ਰਿਸ਼ਟੀ ਨੂੰ ਇੰਜੋਏ ਕਰਨਾ ਚਾਹੀਦਾ। ਹਾਲਾਂਕਿ ਸ੍ਰਿਸ਼ਟੀ ਦੇ ਵਿੱਚ ਕੋਈ ਚੀਜ਼ਾਂ ਨੇ ਜਿਨ੍ਹਾਂ ਦਾ ਇਸਤੇਮਾਲ ਲੋਕ ਪਾਪੀ ਕੰਮਾਂ ਲਈ ਕਰਦੇ ਆ, ਪਰ ਉਹਦੇ ਨਾਲ ਸ੍ਰਿਸ਼ਟੀ ਬੁਰੀ ਨਹੀਂ ਬਣ ਜਾਂਦੀ ਏ। ਉਦਾਹਰਨ ਦੇ ਤੌਰ ਦੇ ਉੱਤੇ ਪਲੂਸ ਕਹਿੰਦਾ ਹੈ ਪੈਸੇ ਦਾ ਪ੍ਰੇਮ ਜਿਹੜਾ ਹੈ, ਪੈਸੇ ਦਾ ਲੋਭ ਹਰ ਪ੍ਰਕਾਰ ਦੀ ਬੁਰਾਈ ਦੀ ਜੜ੍ਹ ਹੈ। ਸੋ ਪਲੂਸ ਇੱਥੇ ਪੈਸੇ ਨੂੰ ਮਾੜਾ ਨਹੀਂ ਕਹਿ ਰਿਹਾ, ਉਹ ਇਹ ਨਹੀਂ ਕਹਿ ਰਿਹਾ ਕਿ ਪੈਸਾ ਜੋ ਕਿ ਸ੍ਰਿਸ਼ਟੀ ਦਾ ਇੱਕ ਹਿੱਸਾ ਹੈ ਬੁਰਾ ਹੈ। ਨਹੀਂ, ਉਹ ਇਹ ਕਹਿ ਰਿਹਾ ਕਿ ਪਾਪ ਨੇ ਲੋਕਾਂ ਨੂੰ ਇੰਨਾ ਭ੍ਰਿਸ਼ਟ ਕਰ ਦਿੱਤਾ ਹੈ ਕਿ ਲੋਕ ਜਦੋਂ ਅਮੀਰ ਹੋਣ ਦੇ ਚੱਕਰ ਦੇ ਵਿੱਚ ਉਹ ਕਈ ਤਰ੍ਹਾਂ ਦੇ ਪਾਪ ਦੇ ਪਰਤਾਵਿਆਂ ਦੇ ਵਿੱਚ ਪੈ ਜਾਂਦੇ ਨੇ। ਸੋ ਇਸ ਕਰਕੇ ਸਾਨੂੰ ਪਰਮੇਸ਼ਰ ਦੀ ਬਣਾਈ ਹੋਈ ਧਰਤੀ ਦੇ ਉੱਤੇ ਸਾਨੂੰ ਉਹਨੂੰ ਆਨੰਦ ਦੇ ਨਾਲ ਰਹਿਣਾ ਚਾਹੀਦਾ, ਸਾਨੂੰ ਪ੍ਰਭੂ ਦਾ ਨਾਮ ਨੂੰ ਆਦਰ ਦੇਣਾ ਚਾਹੀਦਾ। ਅਖੀਰ ਦੇ ਵਿੱਚ ਜਿਵੇਂ ਕਿ ਅਸੀਂ ਸ੍ਰਿਸ਼ਟੀ ਦੇ ਬਾਰੇ ਅੱਜ ਵੇਖਿਆ, ਅਸੀਂ 5 ਗੱਲਾਂ ਵੇਖੀਆਂ। ਸਾਰਿਆਂ ਤੋਂ ਪਹਿਲੀ ਗੱਲ ਪਰਮੇਸ਼ਰ ਨੇ ਸਭ ਬਣਾਇਆ। ਦੂਜੀ ਗੱਲ ਪਰਮੇਸ਼ਵਰ ਨੇ ਇਹ ਬ੍ਰਹਿਮੰਡ ਨੂੰ ਬਣਾਇਆ ਜੋ ਕੁਝ ਵੀ ਇਹਦੇ ਵਿੱਚ ਹੈ। ਤੀਜੀ ਗੱਲ ਅਸੀਂ ਵੇਖਦੇ ਹਾਂ ਕਿ ਪਰਮੇਸ਼ਰ ਸ੍ਰਿਸ਼ਟੀ ਤੋਂ ਅਲੱਗ ਹੈ। ਚੌਥੀ ਗੱਲ ਅਸੀਂ ਵੇਖਦੇ ਹਾਂ ਕਿ ਅਸੀਂ ਇਸ ਕਰਕੇ ਬਣਾਏ ਗਏ ਕਿ ਅਸੀਂ ਪਰਮੇਸ਼ਰ ਦੀ ਮਹਿਮਾ ਕਰੀਏ। ਤੇ ਪੰਜਵੀਂ ਗੱਲ ਅਸੀਂ ਵੇਖਦੇ ਹਾਂ ਪਰਮੇਸ਼ਰ ਦੀ ਸ੍ਰਿਸ਼ਟ ਭਲੀ ਹੈ। ਸੋ ਮੇਰੀ ਦੁਆ ਹੈ ਕਿ ਇਸ ਵੀਡੀਓ ਦੇ ਦੁਆਰਾ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇਗਾ ਤੇ ਅਸੀਂ ਇਹ ਸ੍ਰਿਸ਼ਟ ਨੂੰ ਵੇਖ ਕੇ ਪਰਮੇਸ਼ਵਰ ਦੀ ਵਡਿਆਈ ਕਰਾਂਗੇ। ਆਮੀਨ।